ਸਾਥੀਓ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਭ ਨੂੰ ਸਵਾਗਤ ਹੈ ਆਪ ਸਭ ਦਾ ਤੁਹਾਡੇ ਆਪਣੋ YouTube ਚੈਨਲ ਐਗਜ਼ਾਮ ਫॉर 2M ਚ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਚ ਆਪਾਂ ਪੜਾਂਗੇ ਸਟਰਕਚਰ ਆਫ ਐਟਮ ਕਲਾਸ 11th। ਜੀ ਹਾਂ ਦੋਸਤੋ ਬਹੁਤ ਜ਼ਿਆਦਾ ਇੰਟਰਸਟਿੰਗ ਚੈਪਟਰ ਹੈ ਤੇ ਇਸ ਚ ਆਪਾਂ ਦੇਖਾਂਗੇ ਕਿ ਐਟਮ ਕੀ ਹੈ, ਇਸ ਚ ਕੀ ਹੁੰਦਾ ਹੈ ਬੇਸਿਕਲੀ, ਤੇ ਇਸ ਦੀ ਡਿਸਕਵਰੀ ਕਿਵੇਂ ਹੋਈ, ਤੇ ਆਪਾਂ ਦੇਖਾਂਗੇ ਕਿ ਰੀਅਲ ਲਾਈਫ 'ਚ ਆਪਾਂ ਚੀਜ਼ਾਂ ਕਿਵੇਂ ਦੇਖਦੇ ਹਾਂ, ਮਤਲਬ ਵੇਵਸ ਦੀ ਮਦਦ ਨਾਲ ਆਪਾਂ ਨੂੰ ਚੀਜ਼ਾਂ ਕਿਵੇਂ ਦਿਖਦੀਆਂ ਨੇ। ਤਾਂ ਬਹੁਤ ਜ਼ਿਆਦਾ ਇੰਟਰਸਟਿੰਗ ਚੈਪਟਰ ਹੋਣ ਵਾਲਾ ਹੈ ਜੀ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਤਾਂ ਬਿਨਾਂ ਕਿਸੇ ਦੇਰੀ ਦੇ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵਾਟ ਇਜ਼ ਐਟਮ। ਐਟਮ ਬੇਸਿਕਲੀ ਹੈ ਕੀ, ਹੈ ਨਾ। ਐਟਮ ਇਜ਼ ਦਾ ਬੇਸਿਕ ਯੂਨਿਟ ਆਫ ਮੈਟਰ। ਖਣਿਜ ਦੀ ਸਭ ਤੋਂ ਛੋਟੀ ਇਕਾਈ ਨੂੰ ਹੀ ਐਟਮ ਕਿਹਾ ਜਾਂਦਾ ਹੈ। ਜੀ ਹਾਂ ਦੋਸਤੋ, ਇਸ ਦਾ ਫੋਰ ਐਗਜ਼ਾਮਪਲ ਕੀ ਹੈ, ਆਪਣੇ ਕੋਲ ਕੋਈ ਵੀ ਚੀਜ਼ ਹੈ ਨਾ, ਅਤੇ ਜੇਕਰ ਆਪਾਂ ਉਸ ਨੂੰ ਕੱਟਦੇ ਰਹਾਂਗੇ ਤਾਂ ਐਂਡ 'ਤੇ ਇੱਕ ਪੁਆਇੰਟ ਆਵੇਗਾ ਜਿਸ ਤੋਂ ਬਾਅਦ ਉਹ ਚੀਜ਼ ਨਹੀਂ ਕੱਟੇਗੀ ਨਾ ਹੀ ਟੁੱਟੇਗੀ, ਅਤੇ ਉਸ ਪੁਆਇੰਟ ਨੂੰ ਹੀ ਐਟਮ ਕਹਿੰਦੇ ਨੇ। ਜੀ ਹਾਂ ਦੋਸਤੋ, ਕੋਈ ਵੀ ਚੀਜ਼ ਹੈ ਨਾ, ਜਿਵੇਂ ਪਲਾਸਟਿਕ ਦੀ ਕੋਈ ਚੀਜ਼ ਹੈ ਜਾਂ ਫਿਰ ਮੈਟਲ ਦੀ ਕੋਈ ਚੀਜ਼ ਆ, ਆਪਾਂ ਉਸ ਨੂੰ ਤੋੜਦੇ ਰਹਾਂਗੇ, ਆਪਾਂ ਉਸ ਨੂੰ ਕੱਟਦੇ ਰਹਾਂਗੇ, ਤਾਂ ਜਦੋਂ ਉਹ ਇੰਨਾ ਛੋਟਾ ਹੋ ਜਾਵੇ ਕਿ ਉਹ ਫਰਦਰ ਨਾ ਹੀ ਕੱਟੇ ਅਤੇ ਨਾ ਹੀ ਟੁੱਟੇ ਤਾਂ ਉਸ ਨੂੰ ਹੀ ਐਟਮ ਕਹਿੰਦੇ ਹਨ। ਜੀ ਹਾਂ ਦੋਸਤੋ, ਐਟਮ ਇੰਨਾ ਛੋਟਾ ਹੁੰਦਾ ਹੈ ਨਾ। ਅਤੇ ਐਟਮ 'ਚ ਇੱਕ ਨਿਊਕਲੀਅਸ ਹੁੰਦਾ ਉਸਦੇ ਸੈਂਟਰ 'ਚ, ਅਤੇ ਐਟਮ ਹੈ ਜੋ ਉਸਦੇ ਆਲੇ ਦੁਆਲੇ ਨੈਗੇਟਿਵ ਚਾਰਜਸ ਦੇ ਇਲੈਕਟ੍ਰੋਨ ਹੁੰਦੇ ਨੇ। ਤਾਂ ਇਸ ਦੇ ਬਾਰੇ ਆਪਾਂ ਡਿਟੇਲਸ ਅੱਗੇ ਪੜ੍ਹਾਂਗੇ। ਤਾਂ ਫਿਲਹਾਲ ਲਈ ਤੁਸੀਂ ਜਾਣੋ ਕਿ ਐਟਮ ਇਜ਼ ਦਾ ਬੇਸਿਕ ਯੂਨਿਟ ਆਫ ਮੈਟਰ। ਖਣਿਜ ਦੀ ਸਭ ਤੋਂ ਛੋਟੀ ਇਕਾਈ ਨੂੰ ਹੀ ਮੈਟਰ ਕਿਹਾ ਜਾਂਦਾ ਹੈ। ਠੀਕ ਹੈ। ਤਾਂ ਉਸ ਤੋਂ ਬਾਅਦ ਹੈ ਜੀ ਵਟ ਇਜ਼ ਮੈਟਰ। ਹੁਣ ਖਣਿਜ ਕੀ ਹੈ? ਐਨੀਥਿੰਗ ਦੈਟ ਹੈ ਮਾਸ ਐਂਡ ਵੋਲਿਊਮ ਐਂਡ ਓਕੂਪਾਈ ਸਮ ਸਪੇਸ। ਕੋਈ ਵੀ ਚੀਜ਼ ਜਿਸ ਦਾ ਕੋਈ ਵਜ਼ਨ ਹੈ, ਠੀਕ ਹੈ, ਜਿਸ ਦਾ ਕੋਈ ਏਰੀਆ ਹੈ ਅਤੇ ਕੋਈ ਉਹ ਸਪੇਸ ਓਕੂਪਾਈ ਕਰਦਾ ਹੈ ਤਾਂ ਉਸ ਨੂੰ ਹੀ ਮੈਟਰ ਕਿਹਾ ਜਾਂਦਾ ਹੈ। ਠੀਕ ਹੈ। ਕੋਈ ਵੀ ਚੀਜ਼ ਜਿਸ ਦਾ ਕੋਈ ਵਜ਼ਨ ਹੋਵੇ ਜਾਂ ਉਹ ਥਾਂ ਘੇਰਦਾ ਹੋਵੇ ਉਸ ਨੂੰ ਮੈਟਰ ਕਹਿੰਦੇ ਹਨ। ਅਤੇ ਮੈਟਰ ਹੈਵ ਮੋਲੀਕੂਲਸ ਐਂਡ ਮੋਲੀਕੂਲਸ ਹੈਵ ਐਟਮਸ। ਅਤੇ ਮੈਟਰ ਹੈ ਜੋ ਉਹ ਮੋਲੀਕੂਲਸ ਨਾਲ ਮਿਲ ਕੇ ਬਣਦਾ ਹੈ। ਠੀਕ ਹੈ। ਅਤੇ ਮੋਲੀਕੂਲਸ ਨੇ ਉਹ ਐਟਮ ਨਾਲ ਮਿਲ ਕੇ ਬਣਦੇ ਹੈ ਨਾ। ਅਤੇ ਬੇਸਿਕ ਸੀ ਚੀਜ਼ ਹੈ, ਤਾਂ ਤੁਸੀਂ ਇਹਨੂੰ ਯਾਦ ਕਰਨਾ ਜੀ। ਉਸ ਤੋਂ ਬਾਅਦ ਹੈ ਜੀ ਸਟਰਕਚਰ ਆਫ ਐਟਮ। ਹੁਣ ਐਟਮ ਦਾ ਸਟਰਕਚਰ ਕੀ ਹੈ ਨਾ। ਅਤੇ ਐਟਮ ਦਾ ਸਟਰਕਚਰ ਹੁੰਦਾ ਜੀ, ਸਭ ਤੋਂ ਪਹਿਲਾਂ ਉਸਦੇ ਵਿਚਾਲੇ ਹੁੰਦਾ ਜੀ ਨਿਊਕਲੀਅਸ, ਹੈ ਨਾ। ਨਿਊਕਲੀਅਸ ਦੇ ਅੰਦਰ ਹੁੰਦੇ ਨੇ ਜੀ ਪ੍ਰੋਟੋਨ ਐਂਡ ਨਿਊਟਰੋਨ। ਪ੍ਰੋਟੋਨ ਐਂਡ ਨਿਊਟਰਨ, ਇਹ ਚੀਜ਼ ਯਾਦ ਰੱਖਣੀ ਹੈ ਜੀ। ਤੁਸੀਂ ਡਾਇਗਰਾਮ ਦੇ ਸਕਦੇ ਹੋ। ਅਤੇ ਜੋ ਪ੍ਰੋਟੋਨ ਹੁੰਦੇ ਨੇ ਉਹਨਾਂ ਦਾ ਚਾਰਜ ਪੋਜ਼ੀਟਿਵ ਹੁੰਦਾ ਹੈ ਨਾ, ਪੋਜ਼ੀਟਿਵ ਚਾਰਜ ਹੁੰਦੇ ਨੇ ਉਹ। ਅਤੇ ਜੇ ਨਿਊਟਰਨ ਹੁੰਦੇ ਨੇ, ਨਿਊਟਰਨ, ਉਹਨਾਂ ਦਾ ਕੋਈ ਚਾਰਜ ਨਹੀਂ ਹੁੰਦਾ, ਹੈ ਨਾ, ਨਿਊਟਰਲ ਹੁੰਦੇ ਨੇ। ਤੁਸੀਂ ਇਹਨਾਂ ਦੇ ਅਕਸਰ ਤੋਂ ਨਾਮ ਯਾਦ ਕਰਨਾ ਹੈ, ਪੀ ਤੋਂ ਪੋਜ਼ੀਟਿਵ ਅਤੇ ਐਨ ਤੋਂ ਨਿਊਟਰਲ। ਨਿਊਟਰਲ ਮਤਲਬ ਉਹਨਾਂ 'ਤੇ ਕੋਈ ਵੀ ਚਾਰਜ ਨਹੀਂ ਹੁੰਦਾ। ਠੀਕ ਹੈ। ਅਤੇ ਉਸ ਤੋਂ ਬਾਅਦ ਹੈ ਜੀ ਐਟਮ ਹੈ ਜੋ ਉਹ ਘੇਰਿਆ ਹੁੰਦਾ ਹੈ ਇਲੈਕਟ੍ਰੋਨਸ ਦੁਆਰਾ, ਅਤੇ ਇਲੈਕਟ੍ਰੋਨ ਹੁੰਦੇ ਨੇ ਨੈਗੇਟਿਵਲੀ ਚਾਰਜਡ, ਹੈ ਨਾ। ਇਲੈਕਟ੍ਰੋਨਸ 'ਤੇ ਹਮੇਸ਼ਾ ਨੈਗੇਟਿਵ ਚਾਰਜ ਹੁੰਦਾ ਹੈ। ਤਾਂ ਇਹ ਹੈ ਜੀ ਬੇਸਿਕ ਸਟਰਕਚਰ ਆਫ ਐਟਮ, ਹੈ ਨਾ। ਤੁਸੀਂ ਡਾਇਗਰਾਮ ਦੇ ਸਕਦੇ ਹੋ। ਵਿਚਾਲੇ ਹੁੰਦੇ ਜੀ ਨਿਊਕਲੀਅਸ, ਅਤੇ ਨਿਊਕਲੀਅਸ ਦੇ ਅੰਦਰ ਹੁੰਦੇ ਨੇ ਪ੍ਰੋਟੋਨਸ ਐਂਡ ਨਿਊਟਰੋਨਸ। ਪ੍ਰੋਟੋਨਸ ਹੁੰਦਾ ਜੀ ਆਪਣਾ ਪੋਜ਼ੀਟਿਵ ਚਾਰਜਡ, ਅਤੇ ਨਿਊਟਰਨਸ ਹੁੰਦਾ ਹੈ ਨਿਊਟਰਲ ਚਾਰਜ। ਅਤੇ ਉਸਦੇ ਆਲੇ ਦੁਆਲੇ ਜੋ ਵੀ ਇਲੈਕਟ੍ਰੋਨਸ ਹੁੰਦੇ ਨੇ, ਠੀਕ ਹੈ, ਉਹ ਹੁੰਦੇ ਨੇ ਨੈਗੇਟਿਵ ਚਾਰਜ। ਤਾਂ ਇਹ ਹੈ ਬੇਸਿਕ ਸਟਰਕਚਰ ਆਫ ਐਟਮ। ਉਸ ਤੋਂ ਬਾਅਦ ਥਿਓਰੀਜ਼ ਔਨ ਐਟਮ, ਹੈ ਨਾ। ਐਟਮ 'ਤੇ ਕਿਹੜੇ ਕਿਹੜੇ ਸਾਇੰਟਿਸਟ ਨੇ ਆਪਣੀ ਥਿਓਰੀ ਦਿੱਤੀ ਅਤੇ ਕਿਹੜੇ ਕਿਹੜੇ ਸਾਲ 'ਚ ਉਹ ਥਿਓਰੀਜ਼ ਆਈਆਂ, ਅਤੇ ਉਸ ਦੇ ਬਾਰੇ ਹੈ ਜੀ। ਸਭ ਤੋਂ ਪਹਿਲਾਂ 1808 'ਚ ਆਈ ਸੀ ਜੋਹਨ ਡਾਲਟਨ ਨੇ ਜੋ ਥਿਓਰੀ ਦਿੱਤੀ ਸੀ। ਫਿਰ 1897 ਥੋਮਸਨ ਮੋਡਲ ਆਇਆ ਸੀ। ਉਸ ਤੋਂ ਬਾਅਦ 1911 ਰਦਰਫੋਰਡ ਫੋਇਲ ਐਕਸਪੈਰੀਮੈਂਟ ਆਇਆ ਸੀ। 1912 ਬੋਹਰਸ ਮੋਡਲ ਆਫ ਐਟਮ, ਅਤੇ ਸਭ ਤੋਂ ਲਾਸਟ 'ਚ ਆਇਆ ਸੀ ਕੁਆਂਟਮ ਮਕੈਨੀਕਲ ਐਟਮ ਮੋਡਲ, ਹੈ ਨਾ। ਅਤੇ ਜਿਸ ਦੇ ਆਧਾਰ 'ਤੇ ਅੱਜ ਜੋ ਐਟਮ ਹੈ ਉਸਦਾ ਸਟਰਕਚਰ ਬਣਿਆ ਹੋਇਆ ਹੈ ਨਾ। ਉਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਰਦਰਫੋਰਡ ਮੋਡਲ। ਰਦਰਫੋਰਡ ਸਾਇੰਟਿਸਟ ਦਾ ਨਾਮ ਸੀ, ਹੈ ਨਾ। ਅਤੇ ਉਸਨੇ ਦੱਸਿਆ ਸੀ ਕਿ ਐਟਮ ਕਿਵੇਂ ਜਿਹਾ ਦਿਖਦਾ। ਤਾਂ ਸਭ ਤੋਂ ਪਹਿਲਾਂ ਉਸਨੇ ਦੱਸਿਆ ਕਿ ਐਟਮ ਦਾ ਜੋ ਸਾਰਾ ਵਜ਼ਨ ਹੈ ਨਾ, ਉਹ ਉਸਦੇ ਸੈਂਟਰ 'ਚ ਹੁੰਦਾ। ਸੈਂਟਰ ਯਾਨੀ ਨਿਊਕਲੀਅਸ 'ਚ ਹੁੰਦਾ। ਪਹਿਲੀ ਥਿਊਰੀ ਇਹ ਸੀ। ਅਤੇ ਜੋ ਐਟਮ ਦਾ ਪੋਜ਼ੀਟਿਵ ਚਾਰਜ ਹੈ ਨਾ ਸਾਰਾ, ਉਹ ਵੀ ਉਸਦੇ ਸੈਂਟਰ 'ਚ ਹੀ ਹੁੰਦਾ, ਮਤਲਬ ਨਿਊਕਲੀਅਸ 'ਚ ਉਹਦਾ ਸਾਰਾ ਪੋਜ਼ੀਟਿਵ ਚਾਰਜ ਹੁੰਦਾ। ਅਤੇ ਤੀਜੀ ਥਿਊਰੀ ਸੀ ਜੀ ਕਿ ਜੋ ਇਲੈਕਟ੍ਰੋਨਸ ਹੁੰਦੇ ਨੇ ਉਹ ਐਟਮ ਦੇ ਦੁਆਰਾ ਬਹੁਤ ਤੇਜ਼ ਸਪੀਡ 'ਚ ਘੁੰਮਦੇ ਨੇ, ਹੈ ਨਾ। ਅਤੇ ਜੋ ਇਲੈਕਟ੍ਰੋਨਸ ਹੁੰਦੇ ਨੇ ਨੈਗੇਟਿਵ ਚਾਰਜ ਹੁੰਦੇ ਨੇ,
ਤਾਂ ਉਹ ਇੱਕ ਸਰਕੂਲਰ ਔਰਬਿਟ 'ਚ ਉਸਦੇ ਆਲੇ ਦੁਆਲੇ ਬਹੁਤ ਤੇਜ਼ ਗਤੀ ਨਾਲ ਘੁੰਮਦੇ ਨੇ। ਠੀਕ ਹੈ, ਉਸ ਤੋਂ ਬਾਅਦ ਰਦਰਫੋਰਡ ਨੇ ਐਕਸਪੈਰੀਮੈਂਟ ਕੀਤਾ ਕਿਵੇਂ, ਹੈ ਨਾ, ਇਹ ਐਗਜ਼ਾਮ 'ਚ ਜ਼ਰੂਰ ਆ ਸਕਦਾ ਹੈ। ਤਾਂ ਉਸਨੇ ਕੀ ਕੀਤਾ, ਉਸਨੇ ਗੋਲਡ ਦੀ ਸ਼ੀਟ ਲਈ, ਹੈ ਨਾ, ਬਹੁਤ ਜ਼ਿਆਦਾ ਪਤਲੀ, ਅਤੇ ਉਸ 'ਚ ਉਸਨੇ ਲਾਈਟ ਲਗਾਈ, ਹੈ ਨਾ, ਮਤਲਬ ਲਾਈਟ ਪਾਸ ਕਰਵਾਈ। ਅਤੇ ਜਦੋਂ ਲਾਈਟ ਪਾਸ ਕਰਵਾਈ ਤਾਂ ਉਸਨੇ ਦੇਖਿਆ ਕਿ ਜੋ ਲਾਈਟ ਦਾ ਹਾਈ ਅਮਾਊਂਟ ਸੀ ਉਹ ਉਹਦੇ ਵਿੱਚੋਂ ਲੰਘ ਗਿਆ, ਹੈ ਨਾ, ਲਾਈਟ ਉਹਦੇ ਵਿੱਚੋਂ ਲੰਘ ਗਈ, ਹੈ ਨਾ। ਤਾਂ ਉਸਨੂੰ ਪਤਾ ਲੱਗਿਆ ਕਿ ਐਟਮ 'ਚ ਵਿਚਾਲੇ ਨਿਊਕਲੀਅਸ ਹੁੰਦਾ ਹੈ ਅਤੇ ਉਸਦੇ ਆਲੇ ਦੁਆਲੇ ਬਹੁਤ ਜ਼ਿਆਦਾ ਸਪੇਸ ਹੁੰਦੀ ਹੈ, ਤਾਂ ਕਰਕੇ ਲਾਈਟ ਉਸ 'ਚੋਂ ਪਾਸ ਹੋ ਗਈ। ਯਾਨੀ ਕਿ ਜੋ ਮੈਟਲ ਦਾ ਜ਼ਿਆਦਾ ਵਜ਼ਨ ਹੈ, ਜ਼ਿਆਦਾ ਡੈਂਸਿਟੀ ਆਪਾਂ ਜਿਸ ਨੂੰ ਕਹਿ ਸਕਦੇ ਹਾਂ, ਉਹ ਨਿਊਕਲੀਅਸ ਹੀ ਹੁੰਦੀ ਹੈ। ਅਤੇ ਉਸ ਦੇ ਬਾਹਰ ਜੋ ਐਟਮ ਹੈ, ਠੀਕ ਹੈ, ਉਸਦਾ ਵਜ਼ਨ ਘੱਟ ਹੁੰਦਾ ਹੈ, ਉਸ 'ਚ ਡੈਂਸਿਟੀ ਘੱਟ ਹੁੰਦੀ ਹੈ ਨਿਊਕਲੀਅਸ ਦੇ ਆਲੇ ਦੁਆਲੇ। ਤਾਂ ਉਸ ਨੂੰ ਇਹ ਐਕਸਪੈਰੀਮੈਂਟ ਕਰਕੇ ਪਤਾ ਲੱਗ ਗਿਆ। ਠੀਕ ਹੈ, ਐਕਸਪੈਰੀਮੈਂਟ ਸੀ ਗੋਲਡ ਫੋਇਲ ਡਿਟੈਕਟਰ ਅਤੇ ਬੀਮਸ ਆਫ ਪਾਰਟੀਕਲ ਐਂਡ ਰੇਡੀਓ ਐਕਟਿਵ ਸੋਰਸ, ਹੈ ਨਾ, ਇਹ ਸੀ ਬੇਸਿਕਲੀ, ਕੁਝ ਨਹੀਂ ਸੀ। ਥਿਨ ਗੋਲਡ ਸ਼ੀਟ ਲਈ, ਉਸ 'ਚ ਲਾਈਟ ਮਾਰੀ ਅਤੇ ਲਾਈਟ ਉਹਦੇ ਵਿੱਚੋਂ ਦੀ ਲੰਘ ਗਈ, ਤਾਂ ਉਹਨੂੰ ਪਤਾ ਲੱਗਿਆ ਕਿ ਐਟਮ 'ਚ ਬਹੁਤ ਜ਼ਿਆਦਾ ਸਪੇਸ ਹੁੰਦੀਆਂ ਨੇ। ਤਾਂ ਬੇਸਿਕ ਐਕਸਪਲੇਸ਼ਨ ਹੈ ਇਹ, ਤੁਸੀਂ ਪੇਪਰ 'ਚ ਇਹ ਲਿਖ ਕੇ ਆਣੀ ਹੈ, ਇਹ ਡਾਇਗਰਾਮ ਬਣਾ ਆਣਾ। ਠੀਕ ਹੈ, 5 ਨੰਬਰ ਦਾ ਕੁਐਸਚਨ ਆ ਸਕਦਾ ਹੈ। ਉਸ ਤੋਂ ਬਾਅਦ ਹੈ ਜੀ ਰਦਰਫੋਰਡ ਗੋਲਡ ਫੋਇਲ ਐਕਸਪੈਰੀਮੈਂਟ ਕਿਵੇਂ ਹੋਇਆ ਸੀ। ਰਦਰਫੋਰਡ ਐਟੋਮਿਕ ਮਾਡਲ ਵਾਜ਼ ਦਾ ਫਸਟ ਸਟੈਪ ਇਨ ਦਾ ਐਵੋਲਿਊਸ਼ਨ, ਹੈ ਨਾ। ਤਾਂ ਇਹ ਪਹਿਲਾ ਸਟੈਪ ਆਇਆ ਸੀ ਐਵੋਲਿਊਸ਼ਨ 'ਚ। ਠੀਕ ਹੈ, ਮਾਡਰਨ ਐਟੋਮਿਕ ਮਾਡਲ ਹੈ ਜੋ ਅੱਜ ਦਾ, ਉਸ 'ਚ ਇਹ ਫਸਟ ਐਵੋਲਿਊਸ਼ਨ ਸੀ। ਠੀਕ ਹੈ, ਰਦਰਫੋਰਡ ਵਾਸ keen scientist who worked to understand the distribution of electrons in an atom. He performed an experiment using alpha particle and gold foil and made the following observation. Most of the alpha particle passed straight through a gold foil. ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੋ ਵੀ ਲਾਈਟ ਸੀ ਨਾ, ਅਲਫਾ ਪਾਰਟੀਕਲ ਸੀ, ਉਹ ਗੋਲਡ ਦੇ ਵਿੱਚੋਂ ਦੀ ਲੰਘ ਗਏ ਸੀ। ਠੀਕ ਹੈ, ਦੇਰ ਵਾਜ਼ ਅ ਡਿਫਲੈਕਸ਼ਨ ਆਫ ਐਲਫਾ ਪਾਰਟੀਕਲ ਬਾਈ ਸਮਾਲ ਐਂਗਲਸ, ਹੈ ਨਾ, ਅਤੇ ਡਿਫਲੈਕਸ਼ਨ ਵੀ ਹੋ ਰਿਹਾ ਸੀ ਜੀ। ਉਹ ਲਾਈਟ ਸੀ ਜਿਹੜੀ, ਹੈ ਨਾ, ਪਾਰਟੀਕਲ ਦੇ ਵਿੱਚੋਂ ਦੀ ਲੰਘ ਕੇ ਉਹ ਥੋੜ੍ਹੀ ਮੁੜ ਰਹੀ ਸੀ, ਹੈ ਨਾ, ਉਸਦੀ ਡਾਇਰੈਕਸ਼ਨ ਚੇਂਜ ਹੋ ਰਹੀ ਸੀ। ਤਾਂ ਉਸ ਤੋਂ ਬਾਅਦ ਜੀ ਵੈਰੀ ਸਮਾਲ ਅਮਾਊਂਟ ਆਫ ਅਲਫਾ ਪਾਰਟੀਕਲ ਇਜ਼ ਰਿਬਾਊਂਡਡ, ਕਿ ਬਹੁਤ ਹੀ ਥੋੜ੍ਹੇ ਅਮਾਊਂਟ ਦੇ ਅਲਫਾ ਪਾਰਟੀਕਲ ਹੀ ਰੁਕੇ ਉਸ 'ਚ, ਮਤਲਬ ਉਹ ਪਾਸ ਨਹੀਂ ਹੋਏ, ਉਹ ਉਸਨੇ ਓਬਜ਼ਰਵ ਕਰ ਲਿਆ, ਆਪਾਂ ਕਹਿ ਸਕਦੇ ਹਾਂ, ਹੈ ਨਾ। ਉਸ ਤੋਂ ਬਾਅਦ ਜੀ ਲਿਮੀਟੇਸ਼ਨ। ਹੁਣ ਰਦਰਫੋਰਡ ਦੇ ਐਕਸਪੈਰੀਮੈਂਟ 'ਚ ਕਮੀਆਂ ਕੀ ਸੀ, ਹੈ ਨਾ। ਸਭ ਤੋਂ ਪਹਿਲਾਂ ਇਹ ਐਟਮ ਦੀ ਸਟੇਬਿਲਿਟੀ ਹੀ ਨਹੀਂ ਦਿਖਾ ਰਿਹਾ ਸੀ ਕਿ ਐਟਮ ਸਟੇਬਲ ਕਿਵੇਂ ਰਹਿੰਦਾ ਹੈ। ਹੁਣ ਗੱਲ ਦੱਸੋ ਕਿ ਇਲੈਕਟ੍ਰੋਨ ਹੁੰਦੇ ਨੇ ਨੈਗੇਟਿਵ ਚਾਰਜ, ਹੈ ਨਾ, ਅਤੇ ਨਿਊਕਲੀਅਸ ਹੁੰਦਾ ਪੋਜ਼ੀਟਿਵ ਚਾਰਜ, ਹੈ ਨਾ। ਫਿਰ ਤਾਂ ਇਹ ਇੱਕ ਦੂਜੇ ਨੂੰ ਅਟਰੈਕਟ ਕਰਨਾ ਚਾਹੀਦੇ, ਹੈ ਨਾ, ਤਾਂ ਫਿਰ ਇਹ ਸਟੇਬਲ ਤਾਂ ਬਣੇ ਹੀ ਨਹੀਂ, ਹੈ ਨਾ। ਮਤਲਬ ਜੇਕਰ ਨਿਊਕਲੀਅਸ ਪੋਜ਼ੀਟਿਵ ਚਾਰਜ ਹੈ ਅਤੇ ਇਲੈਕਟ੍ਰੋਨ ਨੈਗੇਟਿਵ ਚਾਰਜ ਨੇ, ਤਾਂ ਇਹਨਾਂ ਨੂੰ ਉਹ ਕਰੂਗਾ ਨਾ, ਅਟਰੈਕਟ ਕਰੂਗਾ, ਤਾਂ ਜੋ ਇਲੈਕਟ੍ਰੋਨ ਨੇ ਉਹ ਤਾਂ ਸਾਰੇ ਨਿਊਕਲੀਅਸ 'ਚ ਆ ਜਾਣਗੇ, ਹੈ ਨਾ। ਤਾਂ ਇਹ ਐਟਮ ਦੀ ਸਟੇਬਿਲਿਟੀ ਨਹੀਂ ਦਿਖਾ ਰਿਹਾ ਸੀ। ਅਤੇ ਦੂਜਾ ਇਲੈਕਟ੍ਰੋਨਿਕ ਸਟਰਕਚਰ ਨਹੀਂ ਦਿਖਾ ਰਿਹਾ ਸੀ ਇਹ। ਠੀਕ ਹੈ, ਅਤੇ ਤੀਜਾ ਸੀ ਜੀ ਐਟੋਮਿਕ ਸਪੈਕਟਰਲ ਲਾਈਨਸ ਹੁੰਦੀਆਂ ਨੇ, ਉਹਨਾਂ ਨੂੰ ਵੀ ਨਹੀਂ ਐਕਸਪਲੇਨ ਕਰ ਰਿਹਾ ਸੀ ਇਹ, ਹੈ ਨਾ। ਅਤੇ ਨੋਟ ਫੋਲੋਇੰਗ ਮੈਕਸਵੈਲ ਥਿਊਰੀ, ਮੈਕਸਵੈਲ ਦੀ ਥਿਊਰੀ ਆਈ ਸੀ, ਉਸ ਨੂੰ ਵੀ ਫੋਲੋ ਨਹੀਂ ਕਰ ਰਿਹਾ ਸੀ, ਅਤੇ ਉਸ ਦੀ ਗੱਲ ਆਪਾਂ ਅੱਗੇ ਕਰਾਂਗੇ, ਹੈ ਨਾ। ਹੁਣ ਚਲੋ ਆਪਾਂ ਥੋੜ੍ਹੀ ਬਹੁਤੀ ਗੱਲ ਕਰ ਹੀ ਲੈਂਦੇ ਹਾਂ। ਅਕੋਰਡਿੰਗ ਟੂ ਮੈਕਸਵੈਲ ਕੀ ਕਹਿ ਰਹੇ ਸੀ, ਹੈ ਨਾ। ਜਿਵੇਂ ਰਦਰਫੋਰਡ ਨੇ ਕਿਹਾ ਸੀ ਕਿ ਜੋ ਇਲੈਕਟ੍ਰੋਨਸ ਹੁੰਦੇ ਨੇ ਉਹ ਐਟਮ ਦੇ ਆਲੇ ਦੁਆਲੇ ਬਹੁਤ ਤੇਜ਼ ਸਪੀਡ ਨਾਲ ਘੁੰਮਦੇ ਆ, ਹੈ ਨਾ। ਫਿਰ ਇਸ ਹਿਸਾਬ ਨਾਲ ਤਾਂ ਜੋ ਇਲੈਕਟ੍ਰੋਨਸ ਨੈਗੇਟਿਵ ਚਾਰਜ ਨੇ, ਹੈ ਨਾ, ਉਹ ਘੁਮਾ ਕੇ ਨਿਊਕਲੀਅਸ ਦੇ ਵਿੱਚ ਨਹੀਂ ਵੜ ਜਾਣਗੇ। ਬੇਸਿਕਲੀ ਜੀ ਗੱਲ ਹੈ ਨਾ ਕਿ ਉਹਨੇ ਕਿਹਾ ਸੀ ਕਿ ਜਦੋਂ ਵੀ ਰੇਡੀਏਸ਼ਨ ਇਮਿਟਸ ਕਰਦੇ ਨੇ, ਜੋ ਚਾਰਜ ਪਾਰਟੀਕਲ ਐਕਸਲਰੇਸ਼ਨ ਹੁੰਦਾ ਹੈ ਜੋ, ਤਾਂ ਉਹ ਚਾਰਜ ਰੇਡੀਏਸ਼ਨ ਇਮਿਟ ਕਰਦਾ ਹੈ ਨਾ। ਮਤਲਬ ਉਹਦਾ ਕਹਿਣ ਦਾ ਮਤਲਬ ਇਹੀ ਸੀ ਕਿ ਜਦੋਂ ਵੀ ਇਲੈਕਟ੍ਰੋਨਸ ਐਟਮ ਦੇ ਆਲੇ ਦੁਆਲੇ ਘੁੰਮਣ ਦੀ, ਹੈ ਨਾ, ਤਾਂ ਘੁਮਾ ਕੇ ਇੱਕ ਸਰਕਲ ਪਾਥ ਫੋਲੋ ਕਰਕੇ, ਯਾਨੀ ਸਰਕਲ ਛੋਟਾ ਹੁੰਦਾ ਰਹੂਗਾ ਅਤੇ ਫਿਰ ਉਹ ਨਿਊਕਲੀਅਸ 'ਚ ਵੜ ਜਾਣਗੇ। ਪਰ ਉਸਦੇ ਰਦਰਫੋਰਡ ਦੀ ਥਿਊਰੀ 'ਚ ਇਹ ਸ਼ਾਮਿਲ ਨਹੀਂ ਸੀ, ਤਾਂ ਇਸ ਕਰਕੇ ਇਹ ਲਿਮੀਟੇਸ਼ਨ ਸੀ। ਤਾਂ ਇਹਨਾਂ ਲਿਮੀਟੇਸ਼ਨਾਂ ਕਰਕੇ ਜੋ ਰਦਰਫੋਰਡ ਦਾ ਮਾਡਲ ਸੀ ਇਹ ਫੇਲ ਹੋ ਗਿਆ। ਅਤੇ ਉਸ ਤੋਂ ਬਾਅਦ ਆਇਆ ਜੀ ਬੋਹਰਸ ਮਾਡਲ। ਹੁਣ ਬੋਹਰਸ ਮਾਡਲ ਦੇ ਡਿਵੈਲਪਮੈਂਟ ਕੀ ਸੀ, ਮਤਲਬ ਇਸ ਨੇ ਜੋ ਐਵੋਲਿਊਸ਼ਨ ਕੀ ਕੀਤਾ, ਹੈ ਨਾ, ਇੰਡਸਟਰੀ 'ਚ। ਤਾਂ ਸਭ ਤੋਂ ਪਹਿਲਾਂ ਸੀ ਜੀ ਡਿਊਅਲ ਬਿਹੇਵੀਅਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਇਸ ਨੇ ਇਹ ਦੱਸਿਆ ਸੀ। ਦੂਜਾ ਸੀ ਜੀ ਐਟੋਮਿਕ ਸਪੈਕਟਰਾ। ਐਟੋਮਿਕ ਸਪੈਕਟਰ ਬੇਸਿਕਲੀ ਕੀ ਹੁੰਦਾ ਹੈ, 1 ਨੰਬਰ ਦੀ ਡੈਫੀਨੇਸ਼ਨ ਆ ਸਕਦੀ ਹੈ ਜੀ।
ਦ ਸਪੈਕਟਰਮ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਇਮਿਟਸ ਔਰ ਐਬਜ਼ੋਰਬ ਬਾਈ ਐਨ ਇਲੈਕਟ੍ਰੋਨਸ ਡਿਊਰਿੰਗ ਟ੍ਰਾਂਜੀਸ਼ਨ ਬਿਟਵੀਨ ਡਿਫਰੈਂਟ ਐਨਰਜੀ ਲੈਵਲਸ ਵਿਦ ਐਨ ਐਟਮ, ਹੈ ਨਾ। ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੁਆਰਾ, ਹੈ ਨਾ, ਕੋਈ ਵੀ ਲਾਈਟ ਇਮਿਟ ਹੁੰਦੀ ਹੈ ਜਾਂ ਐਬਜ਼ੋਰਬ ਹੁੰਦੀ ਹੈ, ਠੀਕ ਹੈ, ਅਤੇ ਉਸ ਦੇ ਵਿਚਾਲੇ ਐਨਰਜੀ ਟਰਾਂਸਮਿਟ ਹੁੰਦੀ ਹੈ, ਠੀਕ ਹੈ, ਅਤੇ ਇਸ ਨੂੰ ਹੀ ਆਪਾਂ ਐਟੋਮਿਕ ਸਪੈਕਟਰਾ ਕਹਿੰਦੇ ਹਾਂ। ਤਾਂ ਐਟੋਮਿਕ ਸਪੈਕਟਰਾ ਬੇਸਿਕਲੀ ਕੀ ਹੈ ਕਿ ਜਦੋਂ ਵੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ ਨਾ, ਤਾਂ ਉਹ ਐਨਰਜੀ ਐਬਜ਼ੋਰਬ ਕਰਦੀ ਹੈ ਅਤੇ ਐਮਿਟਸ ਕਰਦੀ ਹੈ, ਠੀਕ ਹੈ, ਅਤੇ ਇਸ ਦੇ ਵਿਚਾਲੇ ਜੋ ਐਨਰਜੀ ਹੈ ਉਹ ਟਰਾਂਸਮਿਟ ਹੁੰਦੀ ਹੈ, ਤਾਂ ਉਸ ਨੂੰ ਹੀ ਬੇਸਿਕਲੀ ਐਟੋਮਿਕ ਸਪੈਕਟਰਾ ਕਿਹਾ ਜਾਂਦਾ ਹੈ ਨਾ। ਤਾਂ ਹੁਣ ਪੜ੍ਹਾਂਗੇ ਜੀ ਵਾਟ ਇਜ਼ ਵੇਵ। ਵੇਵ ਕੀ ਹੈ ਨਾ। ਵੇਵ ਤੁਸੀਂ ਕਲਾਸ 10th ਜਾਂ 9th 'ਚ ਪੜ੍ਹਿਆ ਹੋਣਾ, ਤਾਂ ਆਪਾਂ ਦੁਬਾਰਾ ਰਿਵਾਈਜ਼ ਕਰਦੇ ਹਾਂ। ਤਾਂ ਵੇਵ ਇਜ਼ ਬੇਸਿਕਲੀ ਅ ਡਿਸਟਰਬੈਂਸ ਦੈਟ ਪ੍ਰੋਪੇਗੇਟਸ ਥਰੂ ਸਪੇਸ ਐਂਡ ਟਾਈਮ ਵਿਦ ਦ ਟਰਾਂਸਫੋਰਮੇਸ਼ਨ ਆਫ ਐਨਰਜੀ, ਹੈ ਨਾ। ਵੇਵ ਕੀ ਹੈ ਜੀ। ਵੇਵ ਬੇਸਿਕਲੀ ਪ੍ਰੋਪੋਗੇਟਸ ਹੁੰਦੀ ਹੈ ਸਪੇਸ ਦੇ ਵਿੱਚ ਵਿਦ ਟਾਈਮ, ਅਤੇ ਉਹ ਐਨਰਜੀ ਪ੍ਰੋਡਿਊਸ ਕਰਦੀ ਹੈ, ਠੀਕ ਹੈ। ਪਾਰਟੀਕਲ ਓਸੀਲੇਟ ਐਨਰਜੀ ਟਰਾਂਸਫਰਡ, ਹੈ ਨਾ, ਅਤੇ ਕਦੇ ਉੱਤੇ ਕਦੇ ਨੀਚੇ ਤੁਸੀਂ ਦੇਖਿਆ ਹੋਣਾ ਵੇਵ, ਅਤੇ ਇਸ ਦੇ ਵਿਚਾਲੇ ਐਨਰਜੀ ਪ੍ਰੋਡਿਊਸ ਹੁੰਦੀ ਹੈ, ਜਿਵੇਂ ਕਿ ਆਪਣੀ ਹੋ ਗਈ ਇਲੈਕਟ੍ਰੋਮੈਗਨੈਟਿਕ ਵੇਵਸ, ਇਲੈਕਟ੍ਰੀਕਲ ਵੇਵਸ, ਹੈ ਨਾ, ਇਹ ਚੀਜ਼ਾਂ। ਉਸ ਤੋਂ ਬਾਅਦ ਵੇਵ ਸਟਰਕਚਰ, ਹੈ ਨਾ। ਤਾਂ ਵੇਵ ਕੁਝ ਇਸ ਤਰੀਕੇ ਦੀ ਹੁੰਦੀ ਹੈ ਨਾ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਟੇਢੀਆਂ ਮੇਢੀਆਂ ਲਾਈਨ, ਕਦੇ ਉੱਤੇ ਜਾਂਦੀ ਹੈ, ਕਦੇ ਨੀਚੇ ਜਾਂਦੀ ਹੈ, ਕਦੇ ਉੱਤੇ ਕਦੇ ਨੀਚੇ, ਹੈ ਨਾ। ਤਾਂ ਬੇਸਿਕਲੀ ਇਹ ਹੁੰਦੇ ਨੇ ਵੇਵਸ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀ ਐਂਪਲੀਟਿਊਡ ਕੀ ਹੁੰਦਾ ਹੈ ਨਾ। ਐਂਪਲੀਟਿਊਡ ਅੱਗੇ ਬਹੁਤ ਜ਼ਿਆਦਾ ਯੂਜ਼ ਹੋਊਗਾ ਇਹਦਾ। ਅਤੇ ਵੇਵ ਲੈਂਥ ਹੋ ਗਿਆ, ਅਤੇ ਵੇਵ ਹਾਈਟ, ਕ੍ਰੈਸਟ ਅਤੇ ਟਰਫ, ਹੈ ਨਾ। ਬੇਸਿਕਲੀ ਬਹੁਤ ਆਸਾਨ ਚੀਜ਼ਾਂ ਨੇ। ਤਾਂ ਜੋ ਵੇਵ ਹੈ ਨਾ, ਉਸਦੀ ਮੈਕਸੀਮਮ ਲੈਂਥ, ਠੀਕ ਹੈ, ਮੈਕਸੀਮਮ ਲੈਂਥ ਜਿਸ ਪੁਆਇੰਟ ਤੱਕ ਉਹ ਜਾਂਦੀ ਹੈ, ਹਾਈਟ ਉਹਦੀ ਬੇਸਿਕਲੀ, ਉਸ ਨੂੰ ਆਪਾਂ ਕਹਿੰਦੇ ਹਾਂ ਐਂਪਲੀਟਿਊਡ, ਠੀਕ ਹੈ, ਐਂਪਲੀਟਿਊਡ। ਉਸ ਤੋਂ ਬਾਅਦ ਜੋ ਇੱਕ ਵੇਵ ਦੀ ਲੈਂਥ ਹੈ ਨਾ। ਵੇਵ ਦੀ ਲੈਂਥ ਆਪਾਂ ਸਭ ਤੋਂ ਪਹਿਲਾਂ ਵੇਵ ਲੈਂਥ ਪੜ੍ਹਨ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਕ੍ਰੈਸਟ। ਕ੍ਰੈਸਟ ਕੀ ਹੁੰਦਾ ਬੇਸਿਕਲੀ, ਜੋ ਸਭ ਤੋਂ ਟੋਪ ਹਿੱਸਾ ਹੁੰਦਾ ਨਾ ਵੇਵ ਦਾ, ਉਸ ਨੂੰ ਆਪਾਂ ਕ੍ਰੈਸਟ ਕਹਿੰਦੇ ਹਾਂ, ਠੀਕ ਹੈ। ਅਤੇ ਜੋ ਨੀਚੋਂ ਸਭ ਤੋਂ ਨਿਚਲਾ ਪੁਆਇੰਟ ਹੋਏ ਉਸ ਨੂੰ ਆਪਾਂ ਕਹਿੰਦੇ ਹਾਂ ਟਰਫ, ਠੀਕ ਹੈ। ਤਾਂ ਵੇਵ ਐਵੇਂ ਚੱਲਦੀ ਹੈ ਕ੍ਰਸਟ ਟਰਫ, ਕ੍ਰਸਟ ਟਰਫ, ਕ੍ਰਸਟ ਟਰਫ, ਹੈ ਨਾ। ਤਾਂ ਹੁਣ ਵੇਵ ਲੈਂਥ ਕੀ ਹੈ। ਵੇਵ ਲੈਂਥ ਬੇਸਿਕਲੀ ਕੀ ਹੈ, ਦੋ ਕ੍ਰਸਟ ਦੇ ਵਿਚਾਲੇ ਦਾ ਡਿਸਟੈਂਸ, ਇਸ ਨੂੰ ਆਪਾਂ ਕਹਿੰਦੇ ਹਾਂ ਇੱਕ ਵੇਵ ਲੈਂਥ। ਜਾਂ ਫਿਰ ਦੋ ਟਰਫ ਦੇ ਵਿਚਾਲੇ ਦਾ ਡਿਸਟੈਂਸ, ਉਸ ਨੂੰ ਕਹਿੰਦੇ ਹਾਂ ਆਪਾਂ ਵੇਵ ਲੈਂਥ, ਠੀਕ ਹੈ। ਤਾਂ ਕੋਈ ਵੀ ਦੋ ਵਾਰ ਜਦੋਂ ਆ ਰਹੀ ਹੈ ਨਾ, ਜਿਵੇਂ ਇੱਕ ਵਾਰ ਟੋਪ 'ਤੇ ਆਈ, ਨੀਚੇ ਗਈ, ਫਿਰ ਟੋਪ 'ਤੇ ਆਈ, ਤਾਂ ਜੋ ਇਹ ਦੋ ਚੀਜ਼ਾਂ ਨੇ ਕ੍ਰਸਟ, ਤਾਂ ਇਹਨਾਂ ਦੇ ਡਿਸਟੈਂਸ ਨੂੰ ਵੇਵ ਲੈਂਥ ਕਹਿੰਦੇ ਹਾਂ। ਅਤੇ ਵੇਵ ਹਾਈਟ ਕੀ ਹੁੰਦੀ ਹੈ ਬੇਸਿਕਲੀ, ਐਂਪਲੀਟਿਊਡ ਹੀ ਹੁੰਦੀ ਕਿ ਕਿੰਨੀ ਉੱਤੇ ਤੱਕ ਉਹ ਵੇਵ ਲੈਂਥ ਜਾ ਰਹੀ ਹੈ, ਵੇਵ ਜਾ ਰਹੀ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਜੀ ਅਕੋਰਡਿੰਗ ਟੂ ਮੈਕਸਵੈਲ ਕੀ ਕਹਿ ਰਿਹਾ ਸੀ। ਅਕੋਰਡਿੰਗ ਟੂ ਦ ਇਲੈਕਟ੍ਰੋਮੈਗਨੈਟਿਕ ਥਿਊਰੀ ਆਫ ਮੈਕਸਵੈਲ, ਵੈਨ ਅ ਚਾਰਜ ਪਾਰਟੀਕਲ moves under the influences of attractive forces loses energy continuously in the form of electromagnetic radiation, ਠੀਕ ਹੈ। ਅਤੇ ਇਸ ਦੇ ਮੁਤਾਬਿਕ ਕਿ ਜਦੋਂ ਚਾਰਜ ਪਾਰਟੀਕਲ, ਠੀਕ ਹੈ, ਕੋਈ ਵੀ ਅਟਰੈਕਟਿਵ ਫੋਰਸਿਸ ਦੇ ਇਨਫਲੂਐਂਸ 'ਚ ਮੂਵ ਕਰਦਾ ਹੈ, ਤਾਂ ਉਹ ਐਨਰਜੀ ਲੋਸ ਕਰਦਾ ਹੈ, ਅਤੇ ਕੰਟੀਨਿਊਸਲੀ ਇਨ ਦਾ ਫੋਰਮ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਤਾਂ ਉਸ ਤੋਂ ਬਾਅਦ ਹੈ ਜੀ ਵੇਵ, ਹੈ ਨਾ। ਵੇਵ 'ਚ ਆਪਾਂ ਪੜ੍ਹਿਆ ਸੀ ਐਂਪਲੀਟਿਊਡ। ਐਂਪਲੀਟਿਊਡ ਕੀ ਹੁੰਦਾ ਜੀ, ਮੈਕਸੀਮਮ ਪੋਜੀਸ਼ਨ, ਡਿਸਟੈਂਸ ਫਰੋਮ ਰੈਸਟ ਟੂ ਕ੍ਰੈਸਟ, ਹੈ ਨਾ। ਮੈਕਸੀਮਮ ਪੋਜੀਸ਼ਨ ਯਾਨੀ ਕਿ ਕ੍ਰੈਸਟ ਔਰ ਟਰਫ, ਰੈਸਟ ਟੂ ਕ੍ਰੈਸਟ, ਹੈ ਨਾ। ਰੈਸਟ ਟੂ ਕ੍ਰੈਸਟ ਯਾਨੀ ਰੈਸਟ ਹੁੰਦੀ ਹੈ ਸਿੱਧੀ ਲਾਈਨ ਹੋ ਗਈ ਨੋਰਮਲ, ਅਤੇ ਉਸਦੇ ਤੋਂ ਸਭ ਤੋਂ ਹਾਈ ਡਿਸਟੈਂਸ ਨੂੰ ਆਪਾਂ ਐਂਪਲੀਟਿਊਡ ਕਹਿੰਦੇ ਹਾਂ। ਫਿਰ ਆ ਗਈ ਜੀ ਵੇਵ ਲੈਂਥ। ਵੇਵ ਲੈਂਥ ਕੀ ਹੈ ਜੀ, ਡਿਸਟੈਂਸ ਬਿਟਵੀਨ ਕ੍ਰੈਸਟ ਟੂ ਕ੍ਰੈਸਟ ਔਰ ਟਰਫ ਟੂ ਟਰਫ। ਵੇਵ ਨੰਬਰ ਕੀ ਹੈ ਜੀ, ਨੰਬਰ ਆਫ ਵੇਵ ਲੈਂਥ ਪਰ यूनिट डिस्टेंस। पीरियड ऑफ वेव की है जी, टाइम टेकन टू मूव थ्रू वन कंप्लीट ऑसिलेशन डिनोटेड बाय टी। फ्रीक्वेंसी ऑफ वेव, नंबर ऑफ ऑसिलेशन। उस तो बाद जेम्स मैक्सवैल, है ना, 1870 ਚ ਇਸਨੇ ਆਪਣੀ ਥਿਊਰੀ ਦਿੱਤੀ ਸੀ। ਸਜੈਸਟਡ ਦੈਟ ਵੈਨ ਇਲੈਕਟ੍ਰੀਕਲ ਚਾਰਜ ਪਾਰਟੀਕਲ ਮੂਵਸ ਅੰਡਰ ਐਕਸਲੇਸ਼ਨ ਅਲਟਰਨੇਟਿੰਗ ਇਲੈਕਟ੍ਰੀਕਲ ਐਂਡ ਮੈਗਨੈਟਿਕ ਫੀਲਡ ਆਰ ਪ੍ਰੋਡਿਊਸਡ ਐਂਡ ਟਰਾਂਸਮਿਟਡ, ਠੀਕ ਹੈ। ਜਦੋਂ ਇਲੈਕਟ੍ਰੀਕਲ ਚਾਰਜ ਪਾਰਟੀਕਲ ਮੂਵ ਕਰਦਾ ਹੈ ਤਾਂ ਉਸਦੇ ਆਲੇ ਦੁਆਲੇ ਇੱਕ ਇਲੈਕਟ੍ਰਿਕ ਵੇਵਸ ਅਤੇ ਮੈਗਨੈਟਿਕ ਵੇਵਸ ਪ੍ਰੋਡਿਊਸ ਹੁੰਦੀਆਂ ਨੇ, ਹੈ ਨਾ।
ट्रांसमिट एनर्जी इन द फॉर्म ऑफ वेव्स दैट इज़ कॉल्ड इलैक्ट्रोमैगनैटिक वेव्स। तो जो एनर्जी है है ना इन द फॉर्म ऑफ वेव वो प्रोड्यूस होंदी है तो उसनूं ही आपां इलैक्ट्रोमैगनैटिक वेव्स कहा जाता है। तो मैं रिपीट कर देना जी, ਜਦੋਂ ਵੀ ਕੋਈ ਚਾਰਜ ਪਾਰਟੀਕਲ ਹੋਊਗਾ, ਜਦੋਂ ਵੀ ਉਹ ਮੂਵ ਕਰੂਗਾ ਤਾਂ ਉਸਦੇ ਆਲੇ ਦੁਆਲੇ ਦੋ ਵੇਵਸ ਬਣਨਗੀਆਂ। ਸਭ ਤੋਂ ਪਹਿਲਾਂ ਜੀ ਮੈਗਨੈਟਿਕ ਵੇਵਸ ਅਤੇ ਦੂਜੀ ਹੈ ਜੀ ਇਲੈਕਟ੍ਰੀਕਲ ਵੇਵਸ। ਠੀਕ ਹੈ, ਤਾਂ ਜਦੋਂ ਚਾਰਜ ਪਾਰਟੀਕਲ ਮੂਵ ਕਰਦਾ ਹੈ ਤਾਂ ਉਸਦੇ ਆਲੇ ਦੁਆਲੇ ਵੇਵਸ ਬਣਦੀਆਂ ਨੇ, ਇਲੈਕਟ੍ਰੀਕਲ ਵੇਵਸ ਅਤੇ ਮੈਗਨੈਟਿਕ ਵੇਵਸ, ਹੈ ਨਾ। ਅਤੇ ਇਹ ਐਨਰਜੀ ਟਰਾਂਸਮਿਟ ਕਰਦੀਆਂ ਨੇ ਵੇਵਸ ਦੇ ਫੋਰਮ 'ਚ, ਤਾਂ ਉਸ ਵੇਵ ਨੂੰ ਆਪਾਂ ਇਲੈਕਟ੍ਰੋਮੈਗਨੈਟਿਕ ਵੇਵਸ ਕਹਿੰਦੇ ਹਾਂ। ਠੀਕ ਹੈ, ਅਤੇ ਇਲੈਕਟ੍ਰੀਕਲ ਐਂਡ ਮੈਗਨੈਟਿਕ ਵੇਵਸ ਆਰ ਮਿਊਚੁਅਲੀ ਪਰਪੈਂਡੀਕੂਲਰ, ਹੈ ਨਾ, ਅਤੇ ਇੱਕ ਦੂਜੇ ਦੇ 90 ਡਿਗਰੀ 'ਤੇ ਹੁੰਦੇ ਨੇ। ਤੁਸੀਂ ਇਸ ਡਾਇਗਰਾਮ 'ਚ ਦੇਖ ਸਕਦੇ ਹੋ। ਤਾਂ ਇਲੈਕਟ੍ਰਿਕ ਫੀਲਡ ਹੈ ਜੀ, ਇਲੈਕਟ੍ਰਿਕ ਫੀਲਡ ਹੈ ਉਹ ਉੱਤੇ ਨੂੰ ਜਾ ਰਹੀ ਹੈ, ਅਤੇ ਜੋ ਮੈਗਨੈਟਿਕ ਫੀਲਡ ਹੈ ਉਸ ਦੇ ਪਰਪੈਂਡੀਕੂਲਰ 90 ਡਿਗਰੀ 'ਤੇ ਜਾ ਰਹੀ ਹੈ। ਉਸ ਤੋਂ ਬਾਅਦ ਜੀ ਇਲੈਕਟ੍ਰੋਮੈਗਨੈਟਿਕ ਵੇਵਸ। Electrical and magnetic fields component of electromagnetic have same wavelength, frequency, speed and amplitude। ठीक है, तो इलैक्ट्रिक एंड मैगनेटिक फील्ड होंदियां ने जो इलैक्ट्रोमैगनेटिक वेव्स च, ते उन्हां दियां सेम वेवलैंथ होंदियां ने, फ्रीकुएंसी भी सेम होंदी है, तो स्पीड अते एम्पलीट्यूड भी सेम हुंदा है। उस तो बाद इहदी डिफरेंस, इन्हां च डिफरेंस की है, ये एक दूजे दे म्यूचुअली परपेंडिकुलर होंदे ने, म्यूचुअली परपेंडिकुलर प्लेन यानी कि 90 डिग्री ते होंदे ने। ठीक है, तो इलैक्ट्रोमैगनैटिक वेव्स डज नॉट रिक्वायर एनी मीडियम टू प्रोपोगेट, इन्हों किसी भी मीडियम की जरूरत नहीं होंगी। ठीक है, प्रोपोगेट करने लई, तो यह रिप्रजेंट होंदियां ने। ठीक है, रिप्रजेंटेशन किवें हुंदी है, तो फ्रीकुएंसी है वो उसनूं न्यू नाल डिनोट किया जाता है ना, ये वी नहीं है जी, ये है जी न्यू, इसनूं आपां न्यू बोलते हैं। तो उस तो बाद जी वेवलैंथ अपनी लैंबडा नाल डिनोट की जाती है ना, लैंबडा का तुसी साइन दे सकते हो। उस तो बाद वेव नंबर आंदा जी, डिफरेंट टाइप्स ऑफ इलैक्ट्रॉनिक वेव्स मेक्स इलैक्ट्रॉनिक स्पैक्ट्रम, है ना। तो अलग अलग तरीके की इलैक्ट्रोमैगनैटिक वेव्स इलैक्ट्रॉनिक स्पैक्ट्रम बनाउंदियां ने। ठीक है, हुण आपां पढ़ांगे इलैक्ट्रॉनिक स्पैक्ट्रम है की। ठीक है, तो सब तो पहले तुसीं एक गल याद रखनी है कि जिमें जिमें फ्रीकुएंसी बढ़ूगी, ठीक है, तो वेवलैंथ घटूगी। ठीक है, तो जो फ्रीकुएंसी बढ़ूगी घटूगी तो वेवलैंथ बढ़ूगी, है ना, मतलब एक दूजे के अपोजिट, है ना। तो ये होंदे ने जी इलैक्ट्रोमैगनैटिक स्पैक्ट्रम, है ना। तो सब तो पहला अपने कोल ये वेव्स होंदियां ने जी, सब तो पहला जी रेडियो वेव्स, माइक्रोवेव्स, इन्फ्रारेड वेव्स, ठीक है, विजिबल लाइट, अल्ट्रावायलेट रेस, एक्स रेस, गामा रेस, है ना, तुसी देख सकते हो जी। हुण रेडियो वेव्स की वेवलैंथ है वो ज़्यादा है, तो फिर अगे जा जाके वेवलैंथ घट होंदी जाती है ना। तो ये तुसी देख सकते हो जी, ये इस तरीके का इहदा डायग्राम हुंदा है। तो इसनूं आपां डिटेल नाल अगली स्लाइड च एक्सप्लेन करते हैं। तो तुसी देख सकते हो जी, ये ने जी वेव्स। ठीक है, तो सब तो पहला वेवलैंथ है जी रेडियो वेव्स की 10⁻3, फिर माइक्रोवेव की 10⁻−2, फिर इन्फ्रारेड की 10⁻−5, तो अगे विजिबल लाइट है जी 0.5 × 10⁻6, अल्ट्रावायलेट रेस 10⁻−8, एक्स रेस 10⁻−10, गामा रेस 10⁻−12, है ना। तो ये ने जी डिफरेंट टाइप्स ऑफ वेव्स। तो फ्रीकुएंसी देख सकते हो जी 10 10⁻4, 10⁻8, 10⁻12, 10⁻15, 10⁻16 एंड 10⁻18, 10⁻20। हम बेसिकली इस की दस रहे हैं कि जिमें जिमें वेवलैंथ वध रही है ना, तो उसकी फ्रीकुएंसी घट रही है। ठीक है, नोटिस कर सकते हो तुसी, जिमें गामा रेज नहीं है ना, इसकी जो वेवलैंथ है वो सब तो घट है ना, तो उसकी फ्रीकुएंसी सब तो ज़्यादा है। उस तो बाद ये बेसिकली एक्सप्लेनेशन सी इलैक्ट्रोमैगनैटिक वेव्स की। ठीक है, तो इस तो बाद है जी हाउ वी सी थिंग्स। हुण इंटरस्टिंग टॉपिक है जी आपां चीज़ां किवें देखदे हां, है ना। ठीक है, तो फॉर रेडिएशन टू पास थ्रू इट्स वेवलैंथ हैज़ टू बी स्मॉलर दैन स्पेस बिटवीन। ठीक है, कोई भी चीज़ है ना,
ਕੋਈ ਵੀ ਚੀਜ਼ ਹੈ, ਜੇਕਰ ਆਪਾਂ ਉਸ ਨੂੰ ਦੇਖਣਾ ਚਾਹੁੰਦੇ ਹਾਂ, ਮੰਨ ਲਓ ਬੈਗ ਹੈ ਨਾ, ਤਾਂ ਜੋ ਉਸ 'ਚ ਸਪੇਸ ਹੈ, ਸਪੇਸ ਬਿਟਵੀਨ ਪਾਰਟੀਕਲ ਹੈ ਨਾ, ਉਸਦੇ ਪਾਰਟੀਕਲ ਨੇ ਉਹਨਾਂ ਦੇ ਵਿਚਾਲੇ ਕੋਈ ਵੀ ਸਪੇਸ ਹੈ ਨਾ, ਤਾਂ ਜੇਕਰ ਆਪਾਂ ਕੋਈ ਵੀ ਵੇਵ ਉਸ 'ਚ ਕੋਈ ਵੀ ਲਾਈਟ ਆਪਾਂ ਦੇਖਾਂਗੇ ਨਾ, ਤਾਂ ਉਸਦੀ ਵੇਵ ਲੈਂਥ ਉਹ ਤੋਂ ਘੱਟ ਹੋਣੀ ਚਾਹੀਦੀ ਹੈ, ਯਾਨੀ ਕਿ ਉਸਦੀ ਸਪੇਸ ਤੋਂ ਘੱਟ ਵੇਵ ਲੈਂਥ ਹੋਣੀ ਚਾਹੀਦੀ ਹੈ, ਠੀਕ ਹੈ, ਤਾਂ ਆਪਾਂ ਨੂੰ ਉਹ ਦਿਖੂਗੀ। ਅਤੇ ਜੇਕਰ ਇਹੋ ਜਿਹਾ ਨਹੀਂ ਹੈ ਤਾਂ ਨਹੀਂ ਦਿਖੂਗੀ, ਹੈ ਨਾ। ਕਿਉਂਕਿ ਹੁਣ ਆਪਾਂ ਨੂੰ ਚੀਜ਼ਾਂ ਕਦੋਂ ਦਿਖਦੀਆਂ ਨੇ, ਸਿਰਫ ਵਿਜ਼ੀਬਲ ਰੇ 'ਚ ਦਿਖਦੀਆਂ ਨੇ। ਜੋ ਵਿਜ਼ੀਬਲ ਪੋਰਸ਼ਨ ਸੀ ਨਾ ਇਸ 'ਚ, ਆਹ ਦੇਖੋ ਜੋ ਵਿਜ਼ੀਬਲ ਪੋਰਸ਼ਨ ਹੈ ਨਾ ਇਹ, ਠੀਕ ਹੈ, ਵਿਜ਼ੀਬਲ ਪੋਰਸ਼ਨ ਜੋ ਤੁਸੀਂ ਦੇਖ ਸਕਦੇ ਹੋ, ਤਾਂ ਆਪਾਂ ਨੂੰ ਲਾਈਟ ਸਿਰਫ ਇਸ ਏਰੀਆ 'ਚ ਦਿਖਦੀ ਹੈ, ਇਸ ਏਰੀਆ 'ਚ ਦਿਖਦੀ ਹੈ ਨਾ। ਜੋ ਏਰੀਆ ਨਾ ਇਸ 'ਚ ਹੀ ਆਪਾਂ ਨੂੰ ਸਿਰਫ ਲਾਈਟ ਦਿਖਦੀ ਹੈ। ਉਸ ਦਾ ਕਾਰਨ ਇਹੀ ਹੈ ਕਿ ਇਸ ਦੀ ਜੋ ਵਿਜ਼ੀਬਲ ਰੇ ਹੈ ਉਸਦੀ ਵੇਵਲੈਂਥ ਜ਼ਿਆਦਾ ਹੁੰਦੀ ਹੈ ਨਾ, ਜੋ ਆਪਾਂ ਨੂੰ ਦਿਖ ਸਕਦੀ ਹੈ। ਅਤੇ ਇਸ ਤੋਂ ਅੱਗੇ ਦੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਜੋ ਆਪਾਂ ਨੂੰ ਨਹੀਂ ਦਿਖਦੀ, ਅਤੇ ਇਸ ਦੇ ਪਿੱਛੇ ਦੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਉਹ ਵੀ ਆਪਾਂ ਨੂੰ ਨਹੀਂ ਦਿਖਦੀ, ਠੀਕ ਹੈ। ਅਤੇ ਐਕਸਰੇਜ਼ ਵੇਵਲੈਂਥ ਇਜ਼ ਸੋ ਲੈਸ ਇਟਸ ਪੈਨਟਰੇਟ ਲੈਸ, ਠੀਕ ਹੈ। ਤਾਂ ਐਕਸਰੇ ਆਪਾਂ ਦੇਖਦੇ ਹਾਂ ਕਿ ਹੋਸਪਿਟਲ ਵਗੈਰਾ 'ਚ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ, ਆਪਣੀ ਹੱਡੀਆਂ ਦਾ ਸੈਂਪਲ ਲੈਣ ਲਈ, ਹੈ ਨਾ, ਅਤੇ ਪਤਾ ਕਰਨ ਲਈ ਕਿ ਹੱਡੀ 'ਚ ਕੀ ਪ੍ਰੋਬਲਮ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਜੀ ਪਾਰਟੀਕਲ ਨੇਚਰ ਆਫ ਐਟਮ, ਹੈ ਨਾ। ਅਤੇ ਪਾਰਟੀਕਲ ਨੇਚਰ ਆਫ ਐਟਮ ਇਹ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਮੈਟਲ ਜਾਂ ਫਿਰ ਕਿਸੇ ਵੀ ਸੋਲਿਡ ਨੂੰ ਆਪਾਂ ਹੀਟ ਕਰਾਂਗੇ, ਹੈ ਨਾ, ਤਾਂ ਉਹ ਰੇਡੀਏਸ਼ਨ ਐਮਿਟ ਕਰੂਗਾ, ਠੀਕ ਹੈ। ਜਿਵੇਂ ਕਿ ਆਪਾਂ ਲੋਹੇ ਨੂੰ ਆਪਾਂ ਗਰਮ ਕਰ ਦਾਂਗੇ ਤਾਂ ਉਹ ਲਾਲ ਹੋ ਜਾਊਗਾ, ਹੈ ਨਾ। ਤਾਂ ਬੇਸਿਕਲੀ ਉਹ ਰੇਡੀਏਸ਼ਨ ਇਮਿਟ ਕਰ ਰਿਹਾ ਹੈ। ਉਸ ਤੋਂ ਬਾਅਦ ਐਬਜ਼ੋਰਪਸ਼ਨ ਆਫ ਰੇਡੀਏਸ਼ਨ, ਦ ਆਈਡੀਅਲ ਬੋਡੀ ਵਿਚ emits and absorb all frequencies called black body। ਅਤੇ ਕੋਈ ਵੀ ਚੀਜ਼ ਜੋ ਆਲ ਫ੍ਰੀਕੁਐਂਸੀ ਅਤੇ ਵੇਵ ਨੂੰ ਐਮਿਟ ਜਾਂ ਫਿਰ ਐਬਜ਼ੋਰਬ ਕਰੇ ਤਾਂ ਉਸਨੂੰ ਆਪਾਂ ਬਲੈਕ ਬੋਡੀ ਕਹਿੰਦੇ ਹਾਂ, ਠੀਕ ਹੈ। ਤਾਂ ਇੱਥੇ ਚੈਪਟਰ ਹੋ ਗਿਆ ਐਂਡ ਜੀ, ਠੀਕ ਹੈ। ਅਤੇ ਇਸ ਦਾ ਪਾਰਟ 2 ਜਲਦੀ ਲੈ ਕੇ ਆਵਾਂਗੇ। ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਤਾਂ ਚਲੋ ਜੀ, ਮਿਲਦੇ ਹਾਂ ਨਈ ਵੀਡੀਓ ਨਾਲ।